गौरव शुक्ला मैं हाँ तुहाडे नाल हाज़र हाँ 6 वजे दीयां 6 वड्डियां खबरां लैके 6 वज चुके ने दिन भर दीयां 6 वड्डियां खबरां दे जरिए पूरा अपडेट असीं तुहाडे तक पहुंचावांगे। शुरुआत करन जा रहे हैं क्योंकि 12 नवंबर का दिन है और दिन है हिमाचल दे विच वोटिंग दा और इस खबर दे नाल ही दिन दी 6वीं वड्डी खबर है। इस तो ही शुरुआत करन जा रहे हैं। हिमाचल दे चोण दंगल दे विच वोटिंग हुई है, किन्ने % वोटिंग हुई है ਉਹ ਤੁਹਾਨੂੰ ਦਿਖਾਵਾਂਗੇ ਬ੍ਰੇਕਿੰਗ ਸਕਰੀਨ ਦੇ ਉੱਤੇ ਕੁਝ ਹੀ ਪਲਾਂ ਚਾਹੀਗੀ। ਜੀ ਹਾਂ ਬ੍ਰੇਕਿੰਗ ਨੰਬਰ 6 ਹਿਮਾਚਲ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹਿਮਾਚਲ ਦੇ ਵਿੱਚ ਕਰੀਬ 66% ਵੋਟਿੰਗ ਹੋਈ ਹੈ ਕਰੀਬ 5 ਵਜੇ ਤੱਕ। ਇਹ 5 ਵਜੇ ਦੇ ਅੰਕੜੇ ਨੇ। ਉਸ ਤੋਂ ਬਾਅਦ ਜਿਹੜੇ ਲੋਕ ਕਤਾਰ ਦੇ ਵਿੱਚ ਲੱਗੇ ਹੁੰਦੇ ਨੇ ਉਹ ਜਿਹੜਾ ਪਰਸੈਂਟੇਜ ਹੈ 70 ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ। ਔਰ ਕਾਬਿਲੇ ਗੌਰ ਇਹ ਵੀ ਹੈ ਕਿ 8 ਤਰੀਕ ਨੂੰ ਨਤੀਜੇ ਐਲਾਨੇ ਜਾਣੇ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ। ਹਿਮਾਚਲ ਤੇ ਗੁਜਰਾਤ ਦੇ ਇਲੈਕਸ਼ਨ ਦੇ ਨਤੀਜੇ ਇਕੱਠੇ 8 ਦਸੰਬਰ ਨੂੰ ਐਲਾਨੇ ਜਾਣਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਿਰਮੌਰ ਦੇ ਵਿੱਚ ਸਭ ਤੋਂ ਵੱਧ ਸਿਰਮੌਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ 72.35% ਵੋਟਿੰਗ ਹੋਈ ਹੈ। ਤੇ ਹਿਮਾਚਲ ਦੇ ਦੰਗਲ ਦੇ ਵਿੱਚ ਜਿਹੜੇ ਵੱਡੇ ਦਿੱਗਜ ਨੇ ਉਹਨਾਂ ਦੀ ਸਾਖ ਦਾਅ ਦੇ ਉੱਤੇ ਹੈ। ਦੂਜੇ ਪਾਸੇ ਉਹਨਾਂ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਵੀ ਕੀਤਾ। 2017 ਤੋਂ ਲੈ ਕੇ 22 ਤੱਕ 5 ਸਾਲ ਸਰਕਾਰ ਰਹੀ ਹੈ ਬੀਜੇਪੀ ਦੀ। ਹਿਮਾਚਲ ਦੇ ਵਿੱਚ ਇੱਕ ਰਿਵਾਇਤ ਰਹੀ ਹੈ, ਵੋਟਰ ਹਰ ਵਾਰੀ ਪਾਸਾ ਪਲਟ ਦਿੰਦੇ ਨੇ, ਯਾਨੀ ਕਿ 5 ਸਾਲ ਬਾਅਦ ਸਰਕਾਰ ਚੇਂਜ ਕਰ ਦਿੰਦੇ ਨੇ। ਤੇ क्या इस बार भी कुछ उस तरीके का ही ਜਿਹੜਾ ਲੋਕਾਂ ਦਾ ਰੁਝਾਨ ਜਾਂ ਫਿਰ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ 8 ਦਸੰਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਹੁਣ ਅੱਗੇ ਵਧਦੇ ਹਾਂ ਤੇ ਪੰਜਾਬ ਦਾ ਰੁਖ ਕਰਾਂਗੇ। ਦਿਨ ਦੀ 5ਵੀਂ ਵੱਡੀ ਖਬਰ ਹੈ ਪਨਬਸ ਦੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ। ਹੜਤਾਲ ਦੇ ਉੱਤੇ ਵੱਡੀ ਖਬਰ ਹੈ ਕਿ जो इल्जाम लगाए जा रहे थे उस तो बिल्कुल वखरे साडे सोर्सेज इस समय जानकारी दे रहे हैं। कंडक्टर नूं नौकरी तो कड्ढे जाण दी गल झूठ है। ये साफ किया गया विभाग दे वल्लों, कंडक्टर नूं विभाग दे वल्लों ऑफ रूट किया गया है, नौकरी तो कड्ढिया गया। ये इल्जाम लगाए गए सी मोगा दे विच जाके प्रदर्शन करना शुरू कर दिता। जिहड़े कंडक्टर या फिर उन्हां दे साथी ने बस दे उत्ते जा चढ़े पेट्रोल दी बोतल लैके ते इस विचाले ਇਹ ਕਿਹਾ ਗਿਆ ਕਿ ਜਦੋਂ ਤੱਕ ਬਹਾਲ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਹਾਲਾਂਕਿ ਵਿਭਾਗ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਕਿਸੇ ਨੂੰ ਕੱਢਿਆ ਨਹੀਂ ਗਿਆ ਬਲਕਿ ਆਫ ਰੂਟ ਕੀਤਾ ਗਿਆ ਹੈ। ਕੰਡਕਟਰ ਨੂੰ ਜਾਂਚ ਦੇ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਕੰਡਕਟਰ ਦੇ ਉੱਤੇ ਟਿਕਟ ਦੇ ਹਿਸਾਬ ਦੇ ਵਿੱਚ ਗੜਬੜੀ ਦੇ ਇਲਜ਼ਾਮ ਨੇ ਤੇ ਇਸ ਕਰਕੇ ਆਫ ਰੂਟ ਕਰ ਦਿੱਤਾ ਗਿਆ। 6 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਹੈ ਗਿਆ ਵੀ ਜਿਹੜੀ ਉਸ ਬੰਦੇ ਦੀ ਇਨਕੁਆਇਰੀ ਲਾ ਦਿੱਤੀ ਗਈ ਹੈ ਉਹ ਆਪਣੀ ਇਨਕੁਆਇਰੀ 'ਚ ਹਾਜ਼ਰ ਹੋਵੇ ਤੇ ਸੱਚ ਦਾ ਸਾਹਮਣੇ ਆ ਜਾਊਗਾ। ਤੱਥ ਜਿਹੜੇ ਵੀ ਹੈਗੇ ਸਾਹਮਣੇ ਆ ਜਾਣਗੇ ਵੀ ਕੀ ਹੈਗੇ ਜੀ। ਸਾਨੂੰ ਪਤਾ ਲੱਗ ਜਾਏ ਵੀ ਪੈਸੇਂਜਰ ਉਹੀ ਹੈ ਆ ਕੇ ਸਟੇਟਮੈਂਟ ਦੇ ਦੇਵੇ, ਕਿਉਂਕਿ ਆ ਮੀਡੀਆ ਟ੍ਰਾਇਲ ਤਾਂ ਕਰ ਨਹੀਂ ਸਕਦੇ ਅਸੀਂ। ਜੋ ਫੈਕਟਸ ਆਉਣਗੇ ਜੀ ਸਾਹਮਣੇ ਤਾਂ ਹੀ ਪਤਾ ਲੱਗਣਗੇ ਵੀ ਕੀ ਹੈ ਕੀ ਨਹੀਂ ਹੈ। ਤਾਂ ਹੀ ਉਹਦੀ ਇਨਕੁਆਇਰੀ ਵੀ ਨੇੜੇ ਲਾ ਦਿੱਤੀ ਗਈ ਹੈ ਵੀ ਉਹ ਇਮੀਡੀਏਟਲੀ ਇਨਕੁਆਇਰੀ ਕਰ ਦਿੱਤੀ ਜਾਊਗੀ। ਕੰਡਕਟਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਕੰਡਕਟਰ ਤੇ ਕੋਈ ਨੌਕਰੀ ਤੋਂ ਕੱਢਿਆ ਗਿਆ ਨਹੀਂ ਜੀ, ਨਹੀਂ ਕੋਈ ਕੱਢਿਆ ਨਹੀਂ ਗਿਆ। ਉਹ ਤੇ ਸਿਰਫ ਇੰਨੀ ਕਾਰਵਾਈ ਕੀਤੀ ਗਈ ਹੈ ਵੀ ਉਹਨੂੰ ਕਿਹਾ ਗਿਆ ਵੀ ਤੂੰ ਆਪਣੀ ਇਨਕੁਆਇਰੀ 'ਚ ਜਾ ਕੇ ਹਾਜ਼ਰ ਹੋ। ਮਾਨਯੋਗ ਡਿਪਟੀ ਡਾਇਰੈਕਟਰ ਸਾਹਿਬ ਕਹਿ ਰਹੇ ਆ ਵੀ ਜਾਂਚ ਕੀਤੀ ਜਾ ਰਹੀ, ਜਾਂਚ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹਦਾ ਆਪਾਂ ਨੂੰ ਸਪਸ਼ਟ ਪਤਾ ਨਾ ਲੱਗਦਾ ਹੋਵੇ। ਇਹ ਤਾਂ ਸਾਫ਼ ਚਿੱਟੀ ਚਾਦਰ ਆ, ਕਲੀਅਰ ਆ ਵੀ ਸਵਾਰੀ ਦੀ ਗਲਤੀ, ਸਵਾਰੀ ਨੇ ਜੁਰਮਾਨਾ ਭਰਤਾ, ਗਵਾਹਾਂ ਨੇ ਗਵਾਹੀਆਂ ਦੇਤੀਆਂ, ਉਹਨਾਂ ਨੇ ਵੀਡੀਓ ਫੇਸਬੁੱਕ ਤੇ ਪਾਤੀ। ਬਿਲਕੁਲ ਜੀ, ਕੱਢ ਕੇ ਤਾਂ ਉਹਨੂੰ ਤਾਂ ਟੈਂਕੀ ਤੇ ਬਿਠਾਇਆ, ਟੈਂਕੀ ਤੇ ਬੈਠਣ ਲਈ ਮਜਬੂਰ ਕੀਤਾ ਗਿਆ, ਉਹਨੂੰ ਕੱਢਿਆ ਗਿਆ। ਉਹਦੇ ਰਿਪੋਰਟ ਦੇ ਵਿੱਚ ਲਿਖਿਆ, ਡਿਪਟੀ ਡਾਇਰੈਕਟਰ ਸਾਹਿਬ ਮੰਨ ਰਹੇ ਨੇ, ਉਹਦੇ ਵਿੱਚ ਲਿਖਿਆ ਵੀ ਇਰਾਦਾ ਗਮਨ, ਤੇ ਇਰਾਦਾ ਗਮਨ ਦਾ ਹੋ ਗਿਆ। ਫਿਰ ਇਹਦੀ ਜਾਂਚ ਕਿਹੜੀ, ਇਹਨੂੰ ਤਾਂ ਦੋਸ਼ੀ ਕਰਾਰ ਦਾ ਦੇਤਾ ਇਹਨਾਂ ਨੇ। ਇਰਾਦਾ ਗਮਨ ਆ ਨਾ, ਗਲਤੀ ਸਵਾਰੀ ਦੀ। ਸਵਾਰੀ ਨੇ 185 ਦੀ ਬਜਾਏ 1850 ਭਰਤੇ। ਮਹਿਕਮੇ ਨੂੰ ਇਨਕਮ ਹੋਈ, ਉਹ ਗਰੀਬ ਸਨ ਮਾਰਿਆ ਗਿਆ। रुक करते हैं मोगा तो साडे सहयोगी दीपक सिंगला साडे नाल फोन लाइन दे उत्ते जुड़ रहे हैं। दीपक, की कुछ तुहाडे कोल जानकारी है? क्योंकि विभाग दे वल्लों जो जानकारी दित्ती जा रही है उत्थों जो साडे सोर्सेज जानकारी दे रहे हैं कि नौकरी तो कड्ढिया नहीं गया, सिर्फ जांच दे विच शामिल किया गया है। पर प्रदर्शन मोगा सने वख-वख थावां दे उत्ते खास तौर ते मोगा दे विच हुंदा होया नजर आया। की कुछ कहना है इस समय जिहड़े प्रदर्शनकारी ने उन्हां दा? देखो गौरव, ਜਿਹੜੇ ਪ੍ਰਦਰਸ਼ਨਕਾਰੀ ਹਜੇ ਵੀ ਬੈਠੇ ਹੋਏ ਆ ਕਿਉਂਕਿ ਡਿਪੂ ਬੰਦ ਕੀਤਾ ਗਿਆ। ਹਾਲਾਂਕਿ 2 ਘੰਟੇ ਜਿਹੜਾ ਬੱਸ ਸਟੈਂਡ ਬੰਦ ਕੀਤਾ ਗਿਆ ਸੀ ਸਵੇਰ 10 ਤੋਂ 12, ਉਸ ਤੋਂ ਬਾਅਦ ਬੱਸ ਸਟੈਂਡ ਜਿਹੜਾ ਚਲਾ ਦਿੱਤਾ ਗਿਆ ਸੀ। ਲੇਕਿਨ ਜਿਹੜਾ ਡਿਪੂ ਹਜੇ ਵੀ ਬੰਦ ਹੈ, ਹਜੇ ਵੀ ਜਿਹੜੇ ਆ ਕਰਮਚਾਰੀ ਹੈ ਪਨਬਸ ਦੇ ਜਿਹੜੇ ਆ ਉੱਥੇ ਬੈਠੇ ਹੋਏ ਨੇ ਔਰ ਪੁਲਿਸ ਬਲ ਵੀ ਤੈਨਾਤ ਨੇ।
ਔਰ ਜਿਹੜੇ ਦੋ ਡਰਾਈਵਰ ਬੱਸ ਤੇ ਚੜੇ ਹੋਏ ਸੀਗੇ ਪੈਟਰੋਲ ਦੀ ਬੋਤਲ ਲੈ ਕੇ, ਉਹ ਹਜੇ ਵੀ ਉੱਥੇ ਹੀ ਬੈਠੇ ਨੇ, ਕਿਉਂਕਿ ਸਮਾਂ ਕਾਫੀ ਹੋ ਗਿਆ, ਹਜੇ ਵੀ ਉੱਥੇ ਹੀ ਬੈਠੇ ਨੇ। ਔਰ ਅਗਲਾ ਕੀ ਰੁਖ ਰਹੇਗਾ, ਕਿਉਂਕਿ ਇਹ ਵੀ ਹੋ ਸਕਦਾ ਕਿ ਸਵੇਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਕੁਝ ਜਥੇਬੰਦੀਆਂ ਵੀ ਸਵੇਰੇ ਹੋਰ ਇਹਨਾਂ ਦੇ ਨਾਲ ਆਉਣਗੀਆਂ, ਉਹ ਸਵੇਰ ਦੇਖਣਾ ਹੋਏਗਾ ਕੀ ਹੋਏਗਾ ਕੀ। ਲੇਕਿਨ ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਡਕਟਰ ਹੈ ਉਹਦੀ ਰਿਪੋਰਟ ਬਣਾਈ ਗਈ ਹੈ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਇਰਾਦਾ ਗਬਨ ਕਰਕੇ ਉਹਨੂੰ ਡਿਊਟੀ ਤੋਂ ਫਾਰਗ ਕੀਤਾ ਗਿਆ, ਨੌਕਰੀ ਤੋਂ ਕੱਢਿਆ ਗਿਆ। ਇਹਨਾਂ ਦਾ ਕਹਿਣਾ ਹੈ, ਇਹ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ। ਲੇਕਿਨ ਹਾਲਾਂਕਿ ਜਦੋਂ ਮੋਗਾ ਦੇ ਵਿੱਚ ਡਿਪਟੀ ਡਾਇਰੈਕਟਰ ਪਹੁੰਚੇ ਸੀ ਪ੍ਰਦੀਪ ਸਿੰਘ ਮਨਾਸ, ਉਹਨਾਂ ਨੇ ਇਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਉਹਨਾਂ ਨਾਲ ਵੀ ਗੱਲ ਹੋਈ ਸੀਗੀ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਨੌਕਰੀ ਤੋਂ ਕੱਢਿਆ ਨਹੀਂ ਗਿਆ, ਸਿਰਫ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ। ਉਹ ਜਾਂਚ ਦੇ ਵਿੱਚ ਸ਼ਾਮਲ ਹੋਣ। ਲੇਕਿਨ ਜਿਹੜੇ ਪ੍ਰਦਰਸ਼ਨਕਾਰੀ ਆ, ਜਿਹੜੇ ਇਹਨਾਂ ਦੇ ਆਗੂ ਨੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਉਹਨਾਂ ਦੀ ਰਿਪੋਰਟ ਦੇ ਵਿੱਚ, ਜਿਹੜੇ ਡਾਇਰੈਕਟਰ ਸਾਹਿਬ ਨੇ ਰਿਪੋਰਟ ਬਣਾਈ ਹੈ, ਉਹ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਡਿਊਟੀ ਦੇ ਵਿੱਚੋਂ जी लग रहा है साडा संपर्क टुटिया और साफ कह रहे हैं कि जो तर्क इस समय दिता जा रहा है कि ड्यूटी दे विचों कढ़िया नहीं गया, जांच दे विच शामिल किया गया। हुण सवाल यही है कि जे पूरा तालमेल की कमी है, जो कम्युनिकेशन गैप इस समय नजर आ रहा है, तो यह किवें खत्म होएगा। खैर वख-वख थावां दे उत्ते धरने प्रदर्शन पनबस के मुलाजमां ने जरूर किए ने। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਸੁਧੀਰ ਸੂਰੀ ਦੇ ਕਤਲ ਦੇ ਨਾਲ ਜੁੜੀ ਹੋਈ। ਸੁਧੀਰ ਸੂਰੀ ਦਾ ਕਤਲ ਜਿਸ ਸ਼ਖਸ ਨੇ ਕੀਤਾ, ਉਸ ਦਾ ਰਿਮਾਂਡ ਇੱਕ ਵਾਰ ਫਿਰ ਤੋਂ ਵਧਿਆ ਹੈ। ਜੀ ਹਾਂ, ਵੱਡੀ ਖਬਰ ਹੈ, ਦਿਨ ਦੀ ਚੌਥੀ ਵੱਡੀ ਖਬਰ। ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਦਾ ਰਿਮਾਂਡ ਵਧਿਆ ਹੈ ਔਰ 15 ਨਵੰਬਰ ਤੱਕ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ। ਸੁਧੀਰ ਸੂਰੀ ਦਾ ਕਤਲ ਜਿਸ ਨੇ ਕੀਤਾ, ਨਾਮ ਸੀ ਸੰਦੀਪ ਸਿੰਘ ਉਰਫ ਸਨੀ, ਤੇ ਸੰਦੀਪ ਸਨੀ ਤੋਂ ਪੁਲਿਸ 3 ਦਿਨ ਹੋਰ ਪੁੱਛਗਿੱਛ ਕਰੇਗੀ। और मुलजम संदीप ने शिवसेना आगू सुधीर सूरी का कतल किया सी और उस तो बाद मौके के उत्ते उसनू गिरफ्तार कर लिया गया। अमृतसर कोर्ट ने 15 नवंबर तक उसनू पुलिस रिमांड के उत्ते भेज दिता, यानी कि मंगलवार तक पुलिस रिमांड के उत्ते रहेगा। संदीप सनी पुछगिछ पुलिस करेगी करीब 3 दिन होर और पता करने की कोशिश की जा रही है कि आखिर उसने कतल किया क्यों। जो कोर्ट वालों मुलजम का जोड़ा है 3 दिन का जो पुलिस रिमांड मिले है तो 3 दिन बाद उन्होंने पेश किया। जज साहब ने 15 तरीक तक का रिमांड अगे फर्दर दिता। पुलिस ने यही कहा कि भी साडी इन्वेस्टिगेशन हजे पेंडिंग आ, दे वांट टू इनक्वायर फ्रॉम द फोन आल्सो, ते फोन की रिपोर्ट पेंडिंग सी, दैट्स वाई द 3 डेज रिमांड हैज़ बीन गिवन। जिवें ओहदा लाइसेंस वैपन सीगा ओह ते मोबाइल फोन ऑलरेडी विद द पुलिस, ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਹੈ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤਾਂ ਸੰਦੀਪ ਦਾ ਇੱਕ ਵਾਰ ਫਿਰ ਤੋਂ ਰਿਮਾਂਡ ਮਿਲਿਆ ਪੁਲਿਸ ਨੂੰ ਤੇ ਹੁਣ 15 ਤਰੀਕ ਤੱਕ ਰਿਮਾਂਡ ਦੇ ਉੱਤੇ ਸੰਦੀਪ ਰਹੇਗਾ। ਪੁਲਿਸ ਪੁੱਛਗਿੱਛ ਕਰੇਗੀ ਸੁਧੀਰ ਸੂਰੀ ਕਤਲ ਮਾਮਲੇ ਦੇ ਵਿੱਚ। ਅੱਗੇ ਵਧਦੇ ਹਾਂ ਤੇ ਹੁਣ ਖਬਰ ਡੇਰਾ ਪ੍ਰੇਮੀ ਕਤਲकांड ਦੇ ਨਾਲ ਜੁੜੀ ਹੋਈ। ਜੀ ਹਾਂ, ਵੱਡੀ ਖਬਰ ਕੀ ਆ ਉਹ ਤੁਹਾਨੂੰ ਦੱਸਦੇ ਹਾਂ। ਦਿਨ ਦੀ ਤੀਜੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਜਿਹੜਾ ਵੀਰਵਾਰ ਸਵੇਰੇ ਡੇਰਾ ਪ੍ਰੇਮੀ ਦਾ ਕਤਲ ਕੀਤਾ ਗਿਆ ਸੀ, ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ। ਇਹ ਖੁਲਾਸੇ ਹੋ ਰਹੇ ਨੇ, ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ। 3 ਸ਼ੂਟਰਾਂ ਨੇ ਇੱਕ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਗੋਲਡੀ ਦੇ ਕਹਿਣ ਦੇ ਉੱਤੇ ਪੰਜਾਬ ਦੇ ਵਿੱਚ ਇਹ ਰੁਕੇ ਰਹੇ ਸੀ। ਕਾਬਲੇ ਗੌਰ ਹੈ ਕਿ ਵੀਰਵਾਰ ਨੂੰ ਜਿਹੜੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕੋਟਕਪੂਰਾ ਦੇ ਵਿੱਚ ਸਵੇਰ ਦੇ ਸਮੇਂ ਕਰੀਬ 7:15 ਵਜੇ ਸਵੇਰੇ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਤੋਂ ਇੱਕ ਦਿਨ ਬਾਅਦ ਹੀ ਅਗਲੇ ਹੀ ਦਿਨ ਕਾਬੂ ਕਰ ਲਿਆ ਗਿਆ ਸੀ 3 ਸ਼ੂਟਰਾਂ ਨੂੰ। ਤੇ ਹੁਣ ਖੁਲਾਸੇ ਹੋ ਰਹੇ ਨੇ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸ਼ਖਸ ਨੇ ਹਥਿਆਰ ਦਿੱਤੇ, ਬਾਈਕ ਦੇ ਉੱਤੇ ਖਾਲੀ ਹੱਥ ਕੋਟਕਪੂਰਾ ਦੇ ਵਿੱਚ ਸ਼ੂਟਰ ਦਾਖਲ ਹੋਏ ਸੀ, ਯਾਨੀ ਕੋਟਕਪੂਰਾ ਦੇ ਅੰਦਰ ਹੀ ਇਹਨਾਂ ਨੂੰ ਹਥਿਆਰ ਮਿਲੇ ਨੇ। ਇੱਕ ਦਿਨ ਪਹਿਲਾਂ ਹਥਿਆਰ ਮਿਲੇ ਨੇ ਕਿ ਤੁਸੀਂ ਕੱਲ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣਾ ਹੈ। ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਦੇ ਨਾਲ ਫੋਨ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਇਹਨਾਂ ਸ਼ੂਟਰਾਂ ਦੇ ਵੱਲੋਂ। ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਪਟਿਆਲਾ ਦੇ ਵਿੱਚ ਠਹਿਰਾਇਆ, ਉੱਥੇ ਰੁਕਣ ਦੇ ਲਈ ਕਿਹਾ। ਸ਼ੂਟਰਾਂ ਨੇ ਇੱਕ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ ਤੇ ਗੋਲਡੀ ਦੇ ਕਹਿਣ ਦੇ ਉੱਤੇ ਪੰਜਾਬ ਦੇ ਵਿੱਚ ਇਹ ਰੁਕੇ ਰਹੇ। ਗੋਲਡੀ ਨੇ 2 ਦਿਨ ਪਹਿਲਾਂ ਹੀ ਕਤਲ ਦੇ ਇਹਨਾਂ ਸ਼ੂਟਰਾਂ ਨੂੰ ਆਦੇਸ਼ ਦਿੱਤੇ ਸੀ। 2 ਲੋਕਲ ਸ਼ੂਟਰਾਂ ਨੇ ਪ੍ਰਦੀਪ ਦੀ ਰੇਕੀ ਕੀਤੀ, ਉਸ ਤੋਂ ਬਾਅਦ ਇਨਫੋਰਮੇਸ਼ਨ ਪਹੁੰਚਾਈ ਤੇ ਸ਼ੂਟਰਾਂ ਨੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਅਜ ਦੇਣਾ ਸੀ, ਉਸ ਤੋਂ ਪਹਿਲਾਂ ਹੀ ਉਹ ਫੜੇ ਗਏ। ਗੋਲਡੀ ਦੇ ਕਹਿਣ ਦੇ ਉੱਤੇ ਹੀ ਪੰਜਾਬ ਦੇ ਵਿੱਚ ਰੁਕੇ ਹੋਏ ਸਨ। ਕਾਬਲੇ ਗੌਰ ਹੈ ਕਿ ਜਿਹੜੇ 6 ਸ਼ੂਟਰ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹਨਾਂ ਦੇ ਵਿੱਚੋਂ 3 ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਪਟਿਆਲਾ ਦੇ ਦੁਕਟ ਗਾਂਵ ਤੋਂ ਪਿੰਡ ਤੋਂ। ਤਾਂ ਉਸ ਤੋਂ ਬਾਅਦ ਇੱਕ ਸ਼ਖਸ ਹੈ ਜਤਿੰਦਰ ਨਾਮ ਦਾ ਤੇ 2 ਨਾਬਾਲਗ ਨੇ ਉਸ ਦੇ ਵਿੱਚ, ਕਿਉਂਕਿ ਤਸਵੀਰਾਂ CCTV ਦੱਸ ਰਹੀ ਸੀ ਕਿ ਬਹੁਤ ਜਿਹੜੇ ਬੱਚਿਆਂ ਦੀ ਤਰ੍ਹਾਂ ਲੱਗ ਰਹੇ ਨੇ। 18-20 ਸਾਲ ਦੇ ਕਰੀਬ ਉਮਰ ਸੀ ਉਹਨਾਂ ਦੇ ਵਿੱਚੋਂ, ਕੁਝ ਤਾਂ ਨਾਬਾਲਗ ਵੀ ਨਿਕਲੇ ਨੇ।
ਅੱਗੇ ਵਧਦੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ ਤੇ ਖਬਰ ਦਿਨ ਦੀ ਦੂਜੀ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ। ਜੀ ਹਾਂ, ਪੈਰੋਲ ਦੇ ਉੱਤੇ ਬਾਹਰ ਹੈ ਗੁਰਮੀਤ ਰਾਮ ਰਹੀਮ ਤੇ ਹੁਣ ਰਾਮ ਰਹੀਮ ਦੇ ਡੇਰੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਔਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਘਟਨਾਕ੍ਰਮ ਵਾਪਰਿਆ ਖਾਸ ਤੌਰ ਤੇ ਕੋਟਪੁਰਾ ਦੇ ਵਿੱਚ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵਾਰਦਾਤ ਹੋਈ ਹੈ। ਯੂਪੀ ਦੇ ਬਾਗਪਤ ਦੇ ਵਿੱਚ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਰਾਮ ਰਹੀਮ 40 ਦਿਨ ਦੀ ਪੈਰੋਲ ਦੇ ਉੱਤੇ ਬਾਹਰ ਆਇਆ ਹੈ ਔਰ ਯੂਪੀ ਦੇ ਬਾਗਪਤ ਦੇ ਜਿਹੜਾ ਡੇਰਾ ਹੈ, ਡੇਰਾ ਸਿਰਸਾ ਦਾ, ਉੱਥੇ ਹੀ ਰੁਕਿਆ ਹੋਇਆ। ਉੱਥੋਂ ਹੀ ਸਤਸੰਗ ਆਨਲਾਈਨ ਜ਼ਰੂਰ ਕੀਤੇ ਜਾ ਰਹੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਹੁਣ ਹਾਲਾਂਕਿ ਪਹਿਲਾਂ ਹੀ ਸੁਰੱਖਿਆ ਉਸ ਡੇਰੇ ਦੀ ਵਧਾਈ ਗਈ ਸੀ ਤੇ ਹੁਣ ਹੋਰ ਵੀ ਸੁਰੱਖਿਆ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਹੈ ਔਰ ਇਹ ਸਭ ਹੋਇਆ ਹੈ ਪ੍ਰਦੀਪ ਦੇ ਕਤਲ ਤੋਂ ਬਾਅਦ। ਹਰਕਤ ਦੇ ਵਿੱਚ ਪੁਲਿਸ ਆਈ ਹੈ। ਯੂਪੀ ਦੇ ਬਾਗਪਤ ਆਸ਼ਰਮ ਦੀ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ। ਬਾਗਪਤ ਡੇਰੇ ਦੇ ਵਿੱਚ ਹੀ ਰਾਮ ਰਹੀਮ ਹੈ ਔਰ ਆਸ਼ਰਮ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਹੁਣ ਤੈਨਾਤ ਕੀਤੀ ਗਈ ਹੈ। ਡੇਰੇ 'ਚ ਆਉਣ ਵਾਲੀ ਸੰਗਤ ਦੀ ਹੁਣ ਪ੍ਰੋਪਰ ਚੈਕਿੰਗ ਵੀ ਕੀਤੀ ਜਾ ਰਹੀ ਹੈ। ਤੇ ਤਸਵੀਰਾਂ ਬਾਗਪਤ ਦੀਆਂ ਮੈਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸੁਰੱਖਿਆ ਵਧਾਈ ਗਈ ਹੈ। ਬਾਹਰ ਵੀ ਵੱਡੀ ਗਿਣਤੀ 'ਚ ਪੁਲਿਸ ਦੇ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਨੇ। ਇਨਫੈਕਟ ਜਿਹੜੇ ਸ਼ਰਧਾਲੂ, ਜਿਹੜੇ ਅਨੁਯਾਈ ਨੇ ਗੁਰਮੀਤ ਰਾਮ ਰਹੀਮ ਦੇ, ਉਹਨਾਂ ਦੀ ਵੀ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਡੇਰੇ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਯਾਨੀ ਕਿ ਡੇਰੇ ਦੇ ਵਿੱਚ ਜਿਸ ਦੀ ਵੀ ਐਂਟਰੀ ਹੋਏਗੀ ਬਾਗਪਤ ਦੇ ਵਿੱਚ ਤਾਂ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ है। पंजाब में डेरा प्रेमी प्रदीप की हत्या के बाद बागपत में अलर्ट जारी हो गया है। बागपत के बरनावा आश्रम के बाद पुलिस सुरक्षा बढ़ा दी गई है। बागपत के बरनावा आश्रम में राम रहीम है। मेरे पीछे आप तस्वीरों में देख सकते हैं किस तरह से डेरे के गेट पर पुलिस फोर्स तैनात है। कल से ही यहाँ जो है पुलिस फोर्स तैनात कर दी गई है और जो भी बाबा के अनुयायी यहाँ आ रहे हैं उनकी गेट पर चेकिंग की जा रही है। चेकिंग के दौरान जो है उनकी तलाशी ली जा रही है क्योंकि कल डेरा प्रेमी प्रदीप की हत्या हुई है। उसके बाद से बागपत पुलिस भी जो है पूरी तरह से अलर्ट। देखिए, डेरे के बाहर पुलिस बल तैनात है और लगातार जो पुलिस के बड़े अधिकारी हैं या आश्रम से के जो सुरक्षा से जुड़े हुए लोग हैं वो लगातार जो है यहाँ पर मूविंग कर रहे हैं, सुरक्षा व्यवस्था का जायजा ले रहे हैं। बागपत की जो है बिनोली पुलिस है जो डेरे के बाहर तैनात कर दी गई है। फिलहाल जो है बाबा के अनुयायी लगातार आ रहे हैं और आश्रम के बाहर भारी पुलिस सुरक्षा तैनात है और जो आने वाले अनुयायी हैं, डेरा प्रेमी हैं, उनकी भी तलाशी ली जा रही है। सैयद राव, न्यूज़ 18, बागपत। जी बेटा, मालिक आपको हिम्मत दे पूरे समाज। ਤਾਂ ਬਾਗਪਤ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਹਾਲਾਂਕਿ ਜੋ ਮੈਂ ਜ਼ਿਕਰ ਕਰ ਰਹੇ ਸੀ ਅਸੀਂ ਕਿ ਪਹਿਲਾਂ ਹੀ ਸੁਰੱਖਿਆ ਤਾਂ ਉੱਥੇ ਕਰੜੀ ਕੀਤੀ ਗਈ ਸੀ ਔਰ ਡੇਰੇ ਦੇ ਵੱਲੋਂ ਖੁਦ ਵੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸੀ। ਪਰ ਹੁਣ ਖਾਸ ਤੌਰ ਤੇ ਜਦੋਂ ਕੋਟਪੁਰਾ ਦੇ ਵਿੱਚ ਪੂਰੀ ਘਟਨਾ ਵਾਪਰੀ ਉਸ ਤੋਂ ਬਾਅਦ ਯੂਪੀ ਦੇ ਬਾਗਪਤ ਦੇ ਵਿੱਚ ਉੱਤਰ ਪ੍ਰਦੇਸ਼ ਦੀ ਪੁਲਿਸ ਵੀ ਇਹਤਿਆਤਨ ਕਦਮ ਚੁੱਕ ਰਹੀ ਹੈ ਤੇ ਸੁਰੱਖਿਆ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ। ਯੂਪੀ ਦੇ ਬਾਗਪਤ ਆਸ਼ਰਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਆਸ਼ਰਮ ਦੇ ਬਾਹਰ ਕਿਵੇਂ ਪੁਲਿਸ ਦੇ ਮੁਲਾਜ਼ਮ ਤੈਨਾਤ ਕੀਤੇ ਗਏ ਨੇ ਔਰ ਵੱਡੇ ਅਧਿਕਾਰੀ ਵੀ ਉੱਥੇ ਪਹੁੰਚੇ ਜਾਇਜ਼ਾ ਲੈਣ ਦੇ ਲਈ ਔਰ ਜਿਹੜੇ ਤੈਨਾਤ ਕੀਤੇ ਗਏ ਨੇ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਕਿ ਜਿਹੜੇ ਲੋਕ ਅੰਦਰ ਜਾ ਰਹੇ ਨੇ, ਜਿਹੜੇ ਸ਼ਰਧਾਲੂ ਅੰਦਰ ਜਾ ਰਹੇ ਨੇ, ਉਹਨਾਂ ਦੀ ਵੀ ਪ੍ਰੋਪਰ ਚੈਕਿੰਗ ਹੋ ਸਕੇ। ਹੁਣ ਅੱਗੇ ਵਧਦੇ ਹਾਂ ਤੇ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰਾਂਗੇ। ਖਬਰ ਜੁੜੀ ਹੋਈ ਹੈ ਪ੍ਰਸ਼ਾਸਨਿਕ ਫੇਰ ਬਦਲ ਦੇ ਨਾਲ। ਜੀ ਹਾਂ, ਕਾਨੂੰਨ ਵਿਵਸਥਾ ਦੇ ਉੱਤੇ ਸਭ ਤੋਂ ਵੱਡਾ ਐਕਸ਼ਨ ਕਰਦੀ ਹੋਈ ਮਾਨ ਸਰਕਾਰ ਨਜ਼ਰ ਆਈ ਹੈ ਤੇ ਨਿਊਜ਼ 18 ਦੀ ਖਬਰ ਦੇ ਉੱਤੇ ਮੋਹਰ ਵੀ ਲੱਗੀ ਹੈ। ਦਿਨ ਦੀ ਸਭ ਤੋਂ ਵੱਡੀ ਖਬਰ ਨੰਬਰ 1 ਤੁਹਾਨੂੰ ਦੱਸ ਰਹੇ ਹਾਂ ਔਰ ਤਰਨਤਾਰਨ ਦੇ ਐਸਐਸਪੀ ਬਦਲੇ ਗਏ ਨੇ। ਗੁਰਮੀਤ ਚੌਹਾਨ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਕਮਿਸ਼ਨਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮਾਨਸਾ ਦੇ ਐਸਐਸਪੀ ਬਦਲ ਦਿੱਤੇ ਗਏ ਨੇ। ਗੌਰਵ ਤੂਰਾ ਦੀ ਤਬਾਦਲਾ ਹੋ ਗਿਆ, ਗੌਰਵ ਤੂਰਾ ਦੀ ਬਦਲੀ ਹੋ ਗਈ ਹੈ ਔਰ ਇਸੇ ਤਰ੍ਹਾਂ 30 ਆਈਪੀਐਸ ਅਧਿਕਾਰੀ ਬਦਲੇ ਗਏ। 33 ਪੁਲਿਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ। ਏਜੀਟੀਐਫ ਦੇ ਏਆਈਜੀ ਗੁਰਮੀਤ ਚੌਹਾਨ ਨੂੰ ਹਟਾ ਦਿੱਤਾ ਗਿਆ ਤੇ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਹੁਣ ਹੋਣਗੇ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦਾ ਤਬਾਦਲਾ ਕਰ ਦਿੱਤਾ ਗਿਆ। ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਦਾ ਤਬਾਦਲਾ ਕਰ ਦਿੱਤਾ ਗਿਆ। ਤਾਂ ਟੋਟਲ 30 ਆਈਪੀਐਸ ਜਿਹੜੇ ਨੇ ਉਹਨਾਂ ਦਾ ਤਬਾਦਲਾ ਕੀਤਾ ਗਿਆ। ਕਿਹਨਾਂ ਦਾ ਤਬਾਦਲਾ ਕਿੱਥੇ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ। ਤਬਾਦਲਿਆਂ ਦੇ ਵੱਡੇ ਚਿਹਰੇ ਜਿਹੜੇ ਹੈਗੇ ਨੇ, ਅਰੁਣਪਾਲ ਸਿੰਘ ਜੋ ਪੁਲਿਸ ਕਮਿਸ਼ਨਰ ਸੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ। ਸੂਰੀ ਦਾ ਕਤਲ ਕੀਤਾ ਗਿਆ 4 ਤਰੀਕ ਨੂੰ, ਸੂਰੀ ਦਾ। ਤਾਂ ਉਸ ਤੋਂ ਬਾਅਦ ਪੁਲਿਸ ਕਮਿਸ਼ਨਰ ਦਾ ਤਬਾਦਲਾ ਹੋ ਗਿਆ ਹੈ।
ਪਹਿਲਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸੀ ਅਰੁਣਪਾਲ ਸਿੰਘ ਤੇ ਹੁਣ ਆਈਜੀ ਪ੍ਰੋਵੀਜ਼ਨਿੰਗ ਉਹਨਾਂ ਨੂੰ ਲਗਾ ਦਿੱਤਾ ਗਿਆ, ਯਾਨੀ ਕਿ ਸਿੱਧੇ ਤੌਰ ਦੇ ਉੱਤੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਅੰਮ੍ਰਿਤਸਰ ਦੀ ਜਿਹੜੀ ਕਮਾਨ ਉਹਨਾਂ ਦੇ ਕੋਲ ਸੀ ਉੱਥੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਅਰੁਣਪਾਲ ਸਿੰਘ ਨੂੰ। ਅੱਗੇ ਵਧਦੇ ਹਾਂ, ਕੁਝ ਹੋਰ ਚਿਹਰੇ ਦਿਖਾਵਾਂਗਾ ਜਿਹੜੇ ਵੱਡੇ ਨੇ, ਜੋ ਖੂਬ ਚਰਚਾ ਦੇ, ਜਾਂ ਫਿਰ ਉਹ ਚਰਚਾ 'ਚ ਰਹੇ ਨੇ ਜਾਂ ਫਿਰ ਉਹਨਾਂ ਦਾ ਪੂਰਾ ਜ਼ਿਲ੍ਹਾ ਚਰਚਾ ਦੇ ਵਿੱਚ ਰਿਹਾ ਹੈ। ਮਾਨਸਾ ਦਾ ਜ਼ਿਕਰ ਕਰਾਂਗਾ। ਮਾਨਸਾ 'ਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਉਹ ਵੀ ਸਕਰੀਨ ਦੇ ਉੱਤੇ ਆ ਚੁੱਕੇ ਨੇ। ਗੌਰਵ ਤੂਰਾ, ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ 29 ਮਈ ਨੂੰ, ਔਰ ਗੌਰਵ ਤੂਰਾ ਉਸ ਸਮੇਂ ਵੀ ਜਿਹੜੇ ਐਸਐਸਪੀ ਸੀ, ਹਾਲਾਂਕਿ ਕਰੀਬ 5.5 ਮਹੀਨੇ ਬਾਅਦ ਉਹਨਾਂ ਦਾ ਇਹ ਤਬਾਦਲਾ ਕੀਤਾ ਗਿਆ। ਜੋ ਪਹਿਲਾਂ ਮਾਨਸਾ ਦੇ ਐਸਐਸਪੀ ਸੀ, ਹੁਣ ਉਹਨਾਂ ਨੂੰ ਏਆਈਜੀ ਪਰਸੋਨਲ 2 ਦੇ ਵਿੱਚ ਲਗਾ ਦਿੱਤਾ ਗਿਆ ਹੈ ਗੌਰਵ ਤੂਰਾ ਨੂੰ, ਯਾਨੀ ਕਿ ਮਾਨਸਾ ਦੇ ਐਸਐਸਪੀ ਵੀ ਬਦਲ ਦਿੱਤੇ ਗਏ ਨੇ। ਸਵਾਲ ਇਹੀ ਹੈ ਕਿਉਂਕਿ ਪਰਿਵਾਰ ਦੇ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਸੀ ਕਿ ਜਾਂਚ ਉਸ ਤਰੀਕੇ ਨਾਲ ਅੱਗੇ ਨਹੀਂ ਵਧ ਰਹੀ। ਇਸ ਸਭ ਦੇ ਵਿਚਾਲੇ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੀਪਕ ਟੀਨੂ ਭੱਜਦਾ ਹੈ, ਉਸ ਨੂੰ ਬੇਸ਼ੱਕ ਦੁਬਾਰਾ ਕਾਬੂ ਕਰ ਲਿਆ ਗਿਆ, ਪਰ ਸਵਾਲ ਬਹੁਤ ਸਾਰੇ ਉੱਠੇ ਤੇ ਖੈਰ ਹੁਣ ਤਬਾਦਲਾ ਕਰ ਦਿੱਤਾ ਗਿਆ। ਉਸ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ। ਅਗਲਾ ਵੱਡਾ ਨਾਮ ਹੈ ਗੁਰਮੀਤ ਸਿੰਘ ਚੌਹਾਨ ਦਾ। ਗੁਰਮੀਤ ਸਿੰਘ ਚੌਹਾਨ ਹੁਣ ਤਰਨਤਾਰਨ ਦੇ ਐਸਐਸਪੀ ਲਗਾ ਦਿੱਤੇ ਗਏ ਨੇ, ਜੋ ਮੌਜੂਦਾ ਸਮੇਂ ਦੇ ਵਿੱਚ ਏਆਈਜੀ ਏਜੀਟੀਐਫ ਸੀ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਸਦੇ ਏਆਈਜੀ ਹੁਣ ਤੱਕ ਸੀ ਗੁਰਮੀਤ ਚੌਹਾਨ, ਉਹਨਾਂ ਨੂੰ ਐਸਐਸਪੀ ਤਰਨਤਾਰਨ ਲਗਾ ਦਿੱਤਾ ਗਿਆ। ਦੋਵੇਂ ਤਰੀਕੇ ਨਾਲ ਇਹਨਾਂ ਦੀ ਪੋਸਟਿੰਗ ਨੂੰ ਦੇਖਿਆ ਜਾ ਰਿਹਾ ਹੈ, ਕਿਉਂਕਿ ਇੱਕ ਪਾਸੇ ਜਿਹੜੇ ਗੈਂਗਸਟਰਸ ਨੇ ਉਹਨਾਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ, ਜੋ ਇਹਨਾਂ ਦੇ ਉੱਪਰ ਜ਼ਿੰਮੇਵਾਰੀ ਹੁਣ ਤੱਕ ਏਜੀਟੀਐਫ ਦਾ ਏਆਈਜੀ ਰਹਿਣ ਦੇ ਤੌਰ ਦੇ ਉੱਤੇ ਸੀ, ਤੇ ਦੂਜਾ ਪੁਆਇੰਟ ਜਿਹੜੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਿਹੜੀਆਂ ਪਿੱਛੇ ਘਟਨਾਵਾਂ ਖਾਸ ਤੌਰ ਤੇ ਗੈਂਗਸਟਰਸ ਵਾਲੀਆਂ ਹੋਈਆਂ, ਜਾਂ ਫਿਰ ਜਿਹੜੀਆਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪੋਸਟ ਆ ਰਹੇ ਨੇ, ਜਾਂ ਫਿਰ ਧਮਕੀਆਂ ਵਾਲੇ ਫੋਨ ਆ ਰਹੇ ਨੇ, ਤਾਂ ਕਿ ਉਸ ਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਏਜੀਟੀਐਫ ਤੋਂ ਹਟਾ ਕੇ ਐਸਐਸਪੀ ਬਣਾ ਦਿੱਤਾ ਗਿਆ ਤਰਨਤਾਰਨ ਦਾ ਇੱਕ ਵੱਡਾ ਸਵਾਲ ਹੈ। ਨਾਨਕ ਸਿੰਘ ਨੂੰ ਤੁਹਾਨੂੰ ਦੱਸ ਰਿਹਾ ਕਿ ਮਾਨਸਾ ਦਾ ਐਸਐਸਪੀ ਲਗਾਇਆ ਗਿਆ, ਮੈਂ ਉਹਨਾਂ ਦੇ ਉੱਤੇ ਆਵਾਂਗਾ, ਪਰ ਪਹਿਲਾਂ ਗੁਰਮੀਤ ਚੌਹਾਨ ਦਾ ਜਿਹੜੀ ਪੋਸਟਿੰਗ ਹੈ ਬਤੌਰ ਐਸਐਸਪੀ ਤਰਨਤਾਰਨ, ਉਸ ਨੂੰ ਇੱਕ ਵੱਖਰੇ ਐਂਗਲ ਦੇ ਨਾਲ ਵੀ ਦੇਖਿਆ ਜਾ ਰਿਹਾ, ਕਿਉਂਕਿ ਤਰਨਤਾਰਨ ਦੇ ਵਿੱਚ ਇਸ ਸਮੇਂ ਨਸ਼ੇ, ਡਰੋਨ ਔਰ ਜਿਹੜੀਆਂ ਹੋਰ ਘਟਨਾਵਾਂ ਨੇ, ਉਹ ਤਰਨਤਾਰਨ ਬਹੁਤ ਸੈਂਸਿਟਿਵ ਜ਼ਿਲ੍ਹਾ ਬਣਿਆ ਹੋਇਆ, ਤਾਂ ਸ਼ਾਇਦ ਇਸ ਕਰਕੇ ਵੀ ਇਹ ਵੱਡੀ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਜਿਹੜੀ ਦਿੱਤੀ ਗਈ ਹੈ ਗੁਰਮੀਤ ਚੌਹਾਨ ਨੂੰ। ਅਗਲਾ ਨਾਮ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਨਾਨਕ ਸਿੰਘ, ਐਸਐਸਪੀ ਮਾਨਸਾ, ਜੋ ਪਹਿਲਾਂ ਏਆਈਜੀ ਪਰਸੋਨਲ 2 ਸੀ, ਉਹਨਾਂ ਨੂੰ ਮਾਨਸਾ ਦਾ ਐਸਐਸਪੀ ਲਗਾ ਦਿੱਤਾ ਗਿਆ। ਵੱਖ-ਵੱਖ ਥਾਵਾਂ ਦੇ ਐਸਐਸਪੀ ਪਹਿਲਾਂ ਰਹੇ ਨੇ। ਔਰ ਐਲਕੇ ਯਾਦਵ, ਏਡੀਜੀਪੀ ਕ੍ਰਾਈਮ, ਉਹਨਾਂ ਦੇ ਕੋਲ ਡਿਪਾਰਟਮੈਂਟ ਸੀ, ਹੁਣ ਉਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ ਗਿਆ ਹੈ ਬੀਓਆਈ ਦਾ, ਬਿਊਰੋ ਆਫ ਇਨਵੈਸਟੀਗੇਸ਼ਨ ਦਾ। ਏਡੀਜੀਪੀ ਕ੍ਰਾਈਮ ਸੀ ਉਹਨਾਂ ਦੇ ਕੋਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ, ਤੇ ਹੁਣ ਉਹ ਡਾਇਰੈਕਟਰ ਬਣ ਚੁੱਕੇ ਨੇ ਐਲਕੇ ਯਾਦਵ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ। ਤਾਂ ਇਹ ਵੀ ਇੱਕ ਤਬਾਦਲਾ ਕੀਤਾ ਗਿਆ। ਜੋ ਅਸੀਂ ਟੋਟਲ ਤੁਹਾਨੂੰ ਦੱਸਿਆ ਕਿ 30 ਆਈਪੀਐਸ ਅਧਿਕਾਰੀ ਬਦਲੇ ਗਏ ਨੇ। ਜਿਹੜੇ ਐਸਐਸਪੀ ਹੁੰਦੇ ਨੇ ਇਹ ਆਈਪੀਐਸ ਲੈਵਲ ਦੇ ਅਧਿਕਾਰੀ ਹੁੰਦੇ ਨੇ, ਆਈਪੀਐਸ ਹੁੰਦੇ ਨੇ, ਤਾਂ 30 ਆਈਪੀਐਸ ਬਦਲੇ ਗਏ ਨੇ ਤੇ 3 ਪੀਪੀਐਸ ਬਦਲੇ ਗਏ ਨੇ, ਯਾਨੀ ਕਿ ਟੋਟਲ 33 ਬਦਲੀਆਂ ਕੀਤੀਆਂ ਗਈਆਂ ਨੇ। ਤੇ ਇਸ ਨੂੰ ਵੱਡਾ ਫੇਰ ਬਦਲ ਔਰ ਇੱਕ ਐਕਸ਼ਨ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ। ਵੇਲਾ ਹੋ ਚਲਾ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।